ਜੈ ਗੁਰੂ ਜੀ। ਸ਼ੁਕਰਾਨਾ ਗੁਰੂ ਜੀ। ਗੁਰੂ ਜੀ ਦੀ ਆਗਿਆ ਨਾਲ ਸੰਪੂਰਨ ਸ਼ਿਵ ਮਹਾਪੁਰਾਣ ਦੂਜਾ ਖੰਡ ਦੂਜਾ ਅਧਿਆਇ ਪੰਜਾਬੀ ਵਿੱਚ। ਬ੍ਰਹਮਾ ਜੀ ਨੇ ਕਿਹਾ, ਹੇ ਨਾਰਦ, ਮੈਨੂੰ ਇਸ ਤਰ੍ਹਾਂ ਮੋਹਿਤ ਦੇਖ ਕੇ ਧਰਮ ਦੇ ਪੁੱਤਰ ਸੱਤਿਆ ਨੂੰ ਬਹੁਤ ਚਿੰਤਾ ਹੋਈ। ਉਹ ਦੋਵੇਂ ਹੱਥ ਜੋੜ ਕੇ ਸ਼ਿਵ ਜੀ ਦੇ ਕੋਲ ਜਾ ਪੁੱਜਾ ਅਤੇ ਪ੍ਰਾਰਥਨਾ ਨਾਲ ਪ੍ਰਣਾਮ ਕਰਨ ਦੇ ਬਾਅਦ ਉਹਨਾਂ ਨੂੰ ਸਭ ਹਾਲ ਕਹਿ ਸੁਣਾਇਆ। ਉਸ ਦੀ ਬੇਨਤੀ ਤੇ ਸਾਡੇ ਲੋਕਾਂ ਦੇ ਵਿਰੁੱਧ ਵਿਹਾਰ ਤੋਂ ਬਚਣ ਲਈ ਭਗਵਾਨ ਸ਼ਿਵ ਛੇਤੀ ਹੀ ਸਾਡੇ ਲੋਕਾਂ ਦੇ ਵਿਚਕਾਰ ਪ੍ਰਗਟ ਹੋ ਗਏ। ਉਹਨਾਂ ਨੂੰ ਦੇਖ ਕੇ ਮੈਂ ਅਤੇ ਮੇਰੇ ਪੁੱਤਰ ਬਹੁਤ ਸ਼ਰਮਿੰਦਾ ਹੋਏ ਅਤੇ ਕਾਮਦੇਵ ਵੀ ਬਹੁਤ ਸ਼ਰਮਿੰਦਾ ਹੋਇਆ। ਉਸ ਵੇਲੇ ਸ਼ਿਵ ਜੀ ਨੇ ਮੇਰੇ ਵੱਲ ਗੁੱਸੇ ਭਰੀ ਨਜ਼ਰ ਨਾਲ ਦੇਖਦੇ ਹੋਏ ਕਿਹਾ, ਹੇ ਬ੍ਰਾਹਮਣ, ਤੁਸੀਂ ਅਜਿਹੇ ਗਲਤ ਸੋਚ ਵਾਲੇ ਕਿਉਂ ਹੋ ਗਏ? ਤੁਸੀਂ ਸਭ ਤੋਂ ਉੱਚ ਬੁੱਧੀ ਨੂੰ ਭੁਲਾ ਕੇ ਆਪਣੀ ਧੀ ਨਾਲ ਭੋਗ ਕਰਨਾ ਚਾਹਿਆ। ਤੁਸੀਂ ਵੇਦ ਪਾਠੀ ਹੁੰਦੇ ਹੋਏ ਵੀ ਇਸ ਗਿਆਨ ਨੂੰ ਭੁਲਾ ਬੈਠੇ ਅਤੇ ਸ਼ਰਮ ਤਿਆਗ ਕੇ ਅਧਰਮ ਕੰਮਾਂ ਵੱਲ ਤੁਰ ਪਏ। ਇਹ ਠੀਕ ਨਹੀਂ। ਅਸੀਂ ਸੰਸਾਰ ਵਿੱਚ ਬਹੁਤ ਸਾਰੇ ਪਾਪੀਆਂ ਨੂੰ ਦੇਖਿਆ ਹੈ, ਪਰ ਤਿੰਨੇ ਲੋਕਾਂ ਵਿੱਚ ਅਜਿਹਾ ਪਾਪ ਕਰਨ ਵਾਲਾ ਕਿਸੇ ਨੂੰ ਨਹੀਂ ਦੇਖਿਆ। ਹੇ ਨਾਰਦ, ਇਸ ਤਰ੍ਹਾਂ ਸ਼ਿਵ ਜੀ ਨੇ ਮੇਰੀ ਬਹੁਤ ਬੁਰਾਈ ਕੀਤੀ। ਉਸ ਦੇ ਬਾਅਦ ਮੇਰੇ ਪੁੱਤਰਾਂ ਵੱਲ ਬਹੁਤ ਗੁੱਸੇ ਭਰੀ ਨਜ਼ਰ ਨਾਲ ਦੇਖਦੇ ਹੋਏ ਕਹਿਣ ਲੱਗੇ, ਮਰੀਚੀ ਆਦਿ, ਤੁਸੀਂ ਲੋਕ ਬੁਜ਼ਦਿਲ ਅਤੇ ਕਾਮੀ ਕਿਉਂ ਹੋ ਗਏ? ਤੁਸੀਂ ਬ੍ਰਹਮਾ ਦੇ ਪੁੱਤਰ ਹੋ ਅਤੇ ਤੁਸੀਂ ਵੇਦਾਂ ਦਾ ਅਧਿਐਨ ਕੀਤਾ ਹੈ, ਫਿਰ ਵੀ ਇਸ ਤਰ੍ਹਾਂ ਮੋਹਿਤ ਹੋਏ। ਇਸ ਲਈ ਤੁਹਾਨੂੰ ਕਈ ਵਾਰ ਲਾਨਤ ਹੈ। ਹੇ ਨਾਰਦ, ਭਗਵਾਨ ਸਦਾਸ਼ਿਵ ਦੇ ਮੂੰਹੋਂ ਨਿਕਲੇ ਹੋਏ ਇਹਨਾਂ ਸ਼ਬਦਾਂ ਨੂੰ ਸੁਣ ਕੇ ਮੈਂ ਅਤੇ ਮੇਰੇ ਪੁੱਤਰ ਬਹੁਤ ਸ਼ਰਮਿੰਦਾ ਹੋਏ। ਉਸ ਵੇਲੇ ਸਭ ਨੂੰ ਅਜਿਹਾ ਦੁੱਖ ਹੋਇਆ ਕਿ ਕਿਸੇ ਦੇ ਮੂੰਹ ਵਿੱਚੋਂ ਕੋਈ ਵੀ ਸ਼ਬਦ ਨਹੀਂ ਨਿਕਲਿਆ। ਉਸ ਦੇ ਬਾਅਦ ਮੈਂ ਇੰਦਰੀਆਂ ਤੇ ਵੀਰਜ ਨੂੰ ਸਿਰ ਤੇ ਚੜਾ ਕੇ ਸੰਧਿਆ ਦੇ ਪ੍ਰਤੀ ਬੁਰੇ ਭਾਵ ਜੋ ਮੇਰੇ ਮਨ ਵਿੱਚ ਪੈਦਾ ਹੋਏ ਸਨ, ਉਸ ਦਾ ਤਿਆਗ ਕਰ ਦਿੱਤਾ। ਭਗਵਾਨ ਸਦਾਸ਼ਿਵ ਦੇ ਡਰ ਨਾਲ ਮੈਂ ਪਾਪ ਕਰਮ ਕਰਨ ਤੋਂ ਬਚ ਗਿਆ ਅਤੇ ਪੁੱਤਰ ਵੀ ਇਸ ਸ਼ਰਮਨਾਕ ਕਰਮ ਵੱਲੋਂ ਬੇਧਿਆਨੇ ਹੋ ਗਏ। ਉਸ ਵੇਲੇ ਡਰ ਦੇ ਕਾਰਨ ਮੇਰੇ ਸਰੀਰ ਤੇ ਜੋ ਪਸੀਨਾ ਟਪਕਿਆ, ਉਸ ਤੋਂ 64 ਜੋਗਨੀਆਂ ਪ੍ਰਗਟ ਹੋਈਆਂ ਜੋ ਸੰਸਾਰ ਤੋਂ ਮੂੰਹ ਫੇਰ ਕੇ ਤਪੱਸਿਆ ਕਰਨ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੀਆਂ ਹਨ। ਉਸ ਦੇ ਬਾਅਦ 86 ਪੁੱਤਰ ਹੋਰ ਬਣਾਏ। ਦਕਸ਼ ਪ੍ਰਜਾਪਤੀ ਦੇ ਸਰੀਰ ਤੋਂ ਪਸੀਨਾ ਨਿਕਲ ਕੇ ਧਰਤੀ ਤੇ ਡਿੱਗਿਆ। ਉਸ ਵਿੱਚੋਂ ਇੱਕ ਇਸਤਰੀ ਬਣੀ। ਅਤਰੀ, ਮਰੀਚੀ, ਪੁਲਹੇ, ਭ੍ਰਿਗੂ ਅਤੇ ਤੁਹਾਡੇ ਭਾਵ ਨਾਰਦ ਦੇ ਸਰੀਰ ਤੋਂ ਪਸੀਨਾ ਨਹੀਂ ਨਿਕਲਿਆ। ਵਸ਼ਿਸ਼ਟ, ਵਿਸ਼ਰਵਾ, ਅੰਗਰੀਸ਼ ਅਤੇ ਕ੍ਰਿਤੂ ਦੇ ਸਰੀਰ ਵਿੱਚੋਂ ਜੋ ਪਸੀਨਾ ਨਿਕਲ ਕੇ ਧਰਤੀ ਤੇ ਡਿੱਗਾ, ਸਭ ਅੰਗਾਂ ਨਾਲ ਪਿਤਰਾਂ ਦੀ ਉਪਜ ਹੋਈ, ਜੋ ਸਭ ਤੋਂ ਪ੍ਰਤਿਸ਼ਠਾ ਪ੍ਰਾਪਤ ਕਰਨ ਦੇ ਯੋਗ ਅਤੇ ਖੁਸ਼ੀ ਪ੍ਰਾਪਤ ਕਰਨ ਵਾਲੇ ਹਨ। ਉਹਨਾਂ ਨੂੰ ਉਸੇ ਵੇਲੇ ਵੇਦ ਅਤੇ ਧਰਮ ਸ਼ਾਸਤਰਾਂ ਦਾ ਗਿਆਨ ਹੋ ਗਿਆ। ਉਹ ਸਭ ਧਾਰਮਿਕ ਧਰਮ ਦਾ ਉਪਦੇਸ਼ ਕਰਨ ਵਾਲੇ ਅਤੇ ਸਭ ਕੰਮਾਂ ਨੂੰ ਕਰਨ ਦੀ ਤਾਕਤ ਰੱਖਣ ਵਾਲੇ ਸਨ। ਹੇ ਨਾਰਦ, ਕ੍ਰਤੂ ਤੋਂ, ਸੋਮਪਾ, ਵਸ਼ਿਸ਼ਟ ਤੋਂ, ਅਹਿਰਬੂਧਨ, ਪੁਲਸਤਿਆ ਤੋਂ, ਆਜਪ ਅਤੇ ਅਗੰਡੀਰਸ ਨਾਲ ਬਹੁਰਪਦ ਹੋਏ। ਇਸ ਤਰ੍ਹਾਂ ਪਿਤਰ 4 ਤਰ੍ਹਾਂ ਦੇ ਹਨ, ਪਰ ਉਹ 6 ਤਰ੍ਹਾਂ ਦੇ ਪ੍ਰਸਿੱਧ ਹਨ। ਉਸ ਦੇ ਬਾਅਦ ਮੇਰੀ ਆਗਿਆ ਨਾਲ ਸੰਧਿਆ ਨੇ ਉਹਨਾਂ ਪਿਤਰਾਂ ਦੁਆਰਾ ਗਰਭ ਧਾਰਨ ਕੀਤਾ। ਇਸ ਤਰ੍ਹਾਂ ਮੇਰੇ ਧਰਮ ਦੀ ਰੱਖਿਆ ਕਰਕੇ ਭਗਵਾਨ ਸਦਾਸ਼ਿਵ ਅਲੋਪ ਹੋ ਗਏ। ਉਹਨਾਂ ਦੇ ਚਲੇ ਜਾਣ ਦੇ ਬਾਅਦ ਮੈਂ ਬਹੁਤ ਗੁੱਸੇ ਨਾਲ ਕਾਮਦੇਵ ਵੱਲ ਦੇਖਿਆ ਅਤੇ ਉਸ ਨੂੰ ਸ਼ਰਾਪ ਦੇਣ ਦੀ ਇੱਛਾ ਪ੍ਰਗਟ ਕੀਤੀ। ਉਸ ਵੇਲੇ ਮੇਰੇ ਸਭ ਪੁੱਤਰਾਂ ਨੇ ਮੈਨੂੰ ਬਹੁਤ ਸਮਝਾਇਆ।
ਪਰ ਮੈਂ ਮਾਇਆ ਦੇ ਅਧੀਨ ਹੋ ਕੇ ਉਹਨਾਂ ਦੀਆਂ ਗੱਲਾਂ ਤੇ ਕੋਈ ਧਿਆਨ ਨਹੀਂ ਦਿੱਤਾ। ਉਸ ਵੇਲੇ ਮੈਂ ਮਨ ਮੰਥ ਨੂੰ ਕਿਹਾ, ਹੇ ਮੂਰਖ, ਤੂੰ ਇਹ ਕੀ ਦੁੱਖ ਕਾਰਜ ਕੀਤਾ ਜੋ ਮੇਰੇ ਦਿਲ ਨੂੰ ਅਜਿਹਾ ਘੋਰ ਪਾਪ ਕਰਮ ਕਰਨ ਵੱਲ ਪ੍ਰੇਰਿਤ ਕਰ ਦਿੱਤਾ। ਤੂੰ ਆਪਣੇ ਪਿਤਾ ਦੀ ਖੂਬ ਸੇਵਾ ਕੀਤੀ, ਸੋ ਤੂੰ ਜਿਹੋ ਜਿਹਾ ਕੰਮ ਕੀਤਾ ਹੈ ਉਹ ਜਿਹਾ ਹੀ ਤੂੰ ਫਲ ਵੀ ਪ੍ਰਾਪਤ ਕਰੇਗਾ। ਤੇਰੇ ਕਾਰਨ ਸ਼ਿਵ ਜੀ ਨੇ ਮੇਰੀ ਬਹੁਤ ਨਿੰਦਾ ਕੀਤੀ ਹੈ, ਸੋ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਕਿ ਤੂੰ ਜਲ ਕੇ ਭਸਮ ਹੋ ਜਾਵੇ। ਭਗਵਾਨ ਸਦਾ ਸ਼ਿਵ ਦੀਆਂ ਅੱਖਾਂ ਵਿੱਚ ਅੱਗ ਨੂੰ ਫੜ ਕੇ ਤੈਨੂੰ ਆਪਣਾ ਸਰੀਰ ਤਿਆਗ ਦੇਣਾ ਪਵੇ ਅਤੇ ਤੇਰੀ ਉਸ ਹਾਲਤ ਨੂੰ ਦੇਖ ਕੇ ਮੇਰਾ ਮਨ ਸ਼ੀਤਲ ਹੋ ਜਾਵੇ। ਹੇ ਨਾਰਦ, ਇਹ ਸ਼ਰਾਪ ਨੂੰ ਸੁਣ ਕੇ ਕਾਮਦੇਵ ਬਹੁਤ ਡਰ ਕੇ ਖੜਾ ਕੰਬਣ ਲੱਗਾ ਅਤੇ ਇਸ ਤਰ੍ਹਾਂ ਕਹਿਣ ਲੱਗਾ, ਹੇ ਪਿਤਾ, ਤੁਸੀਂ ਸੰਸਾਰ ਨੂੰ ਪੈਦਾ ਕਰਨ ਵਾਲੇ ਅਤੇ ਨਿਆਂ ਅਤੇ ਅਨਿਆਏ ਦੀ ਸਥਾਪਨਾ ਕਰਨ ਵਾਲੇ ਹੋ। ਮੈਂ ਤੁਹਾਡਾ ਕੋਈ ਅਪਰਾਧ ਨਹੀਂ ਕੀਤਾ ਹੈ, ਫਿਰ ਵੀ ਤੁਸੀਂ ਮੈਨੂੰ ਇਹ ਸ਼ਰਾਪ ਕਿਉਂ ਦੇ ਦਿੱਤਾ? ਮੈਂ ਤਾਂ ਤੁਹਾਡੀ ਆਗਿਆ ਦੀ ਸਿਰਫ ਪ੍ਰੀਖਿਆ ਹੀ ਲਈ ਸੀ। ਮੇਰੀ ਕਿਸਮਤ ਨਾਲ ਤੁਸੀਂ ਮੇਰੇ ਲਈ ਹੁਣ ਜੋ ਨਵੀਂ ਆਗਿਆ ਦਿੱਤੀ ਹੈ ਉਹ ਤਾਂ ਜ਼ਰੂਰ ਹੋਵੇਗੀ ਹੀ, ਪਰ ਤੁਸੀਂ ਕਿਰਪਾ ਕਰਕੇ ਮੈਨੂੰ ਅਜਿਹਾ ਵਰਦਾਨ ਵੀ ਦੇਵੋ ਜਿਸ ਨਾਲ ਮੈਂ ਸ਼ਿਵ ਜੀ ਦੀਆਂ ਅੱਖਾਂ ਦੀ ਅੱਗ ਵਿੱਚ ਭਸਮ ਹੋਣ ਦੇ ਬਾਅਦ ਫਿਰ ਹੋਂਦ ਵਿੱਚ ਆ ਸਕਾਂ। ਇਸ ਤਰ੍ਹਾਂ ਕਿਰਪਾ ਕਰਕੇ ਮੇਰਾ ਦੁੱਖ ਨਸ਼ਟ ਕਰ ਦੇਵੋ। ਐਨੀ ਕਥਾ ਸੁਣਾ ਕੇ ਬ੍ਰਹਮਾ ਜੀ ਨੇ ਕਿਹਾ, ਹੇ ਨਾਰਦ, ਕਾਮਦੇਵ ਦੀ ਇਹ ਬੇਨਤੀ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਤਦ ਮੈਂ ਕਿਹਾ, ਹੇ ਕਾਮਦੇਵ, ਮੈਂ ਤੁਹਾਡੇ ਸੰਬੰਧੀ ਜੋ ਕੁਝ ਕਿਹਾ ਹੈ ਉਹ ਤਾਂ ਨਿਸ਼ਚਿਤ ਰੂਪ ਨਾਲ ਹੋਵੇਗਾ ਹੀ, ਪਰ ਹੁਣ ਮੈਂ ਤੈਨੂੰ ਇਹ ਵਰਦਾਨ ਦਿੰਦਾ ਹਾਂ ਕਿ ਤੈਨੂੰ ਭਸਮ ਕਰਨ ਦੇ ਕੁਝ ਦਿਨਾਂ ਬਾਅਦ ਜਦ ਸ਼ਿਵ ਜੀ ਆਪਣਾ ਵਿਆਹ ਕਰਨਗੇ, ਉਸ ਸਮੇਂ ਤੈਨੂੰ ਇਹੀ ਸਰੀਰ ਫਿਰ ਪ੍ਰਾਪਤ ਹੋ ਜਾਵੇ ਅਤੇ ਸ਼ਿਵ ਜੀ ਤੇਰੇ ਮਦਦਗਾਰ ਹੋ ਉੱਠਣਗੇ। ਇਸ ਗੱਲ ਨੂੰ ਸੁਣ ਕੇ ਸਭਾ ਵਿੱਚ ਫਿਰ ਤੋਂ ਨਵਾਂ ਆਨੰਦ ਭਰ ਗਿਆ। ਜੈ ਗੁਰੂ ਜੀ। ਭੁੱਲ ਚੁੱਕ ਮਾਫ ਸੰਗਤ ਜੀ।